ਤੁਸੀਂ ਜਿਹੜੇ ਜਲੰਧਰ ਦੂਰਦਰਸ਼ਨ ਦੇ ਲਾਈਵ ਪ੍ਰੋਗਰਾਮ ਨਾਲ ਮੈਂ ਹਾਂ ਜਸਵਿੰਦਰ ਸਿੰਘ ਬਿੱਟਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੇਂਦਰ ਸਰਕਾਰ ਨੇ ਖੇਤੀ ਆਰਡੀਨੈਂਸ 3 ਬਿੱਲ ਪਾਸ ਕੀਤੇ ਨੇ। ਇਹਨਾਂ ਬਿੱਲਾਂ ਦਾ ਬਹੁਤ ਜ਼ਿਆਦਾ ਸ਼ੋਰ ਮਚਿਆ ਹੋਇਆ ਹੈ। ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹੈ, ਕਈ ਪਾਰਟੀਆਂ ਨੇ ਵੀ ਇਸ 'ਤੇ ਵਿਰੋਧ ਦਰਜ ਕੀਤਾ ਹੈ। ਲੇਕਿਨ ਇਸ ਬਿੱਲ ਦੀ ਅਸਲੀਅਤ ਕੀ ਹੈ, ਇਸੇ ਲਈ ਅਸੀਂ ਖੇਤੀ ਮਾਹਰ ਪ੍ਰਿੰਸੀਪਲ ਸ਼ਿਵਚਰਨ ਸਿੰਘ ਨੂੰ ਸੱਦਾ ਦਿੱਤਾ ਹੈ, ਜਿਹੜੇ ਸਾਨੂੰ ਇਸ ਖੇਤੀ ਬਿੱਲਾਂ ਦੇ ਬਾਰੇ ਵਿੱਚ ਦੱਸਣਗੇ, ਕਿਸਾਨਾਂ ਦੇ ਤੌਖਲੇ ਦੂਰ ਕਰਨਗੇ ਅਤੇ ਇਸ ਖੇਤੀ ਬਿੱਲ ਦੇ ਨਾਲ ਕਿਸਾਨੀ ਨੂੰ ਕੀ ਫਾਇਦਾ ਹੋਏਗਾ, ਪੰਜਾਬ ਨੂੰ ਕੀ ਫਾਇਦਾ ਹੋਏਗਾ, ਔਰ ਇਸ ਦੇ ਨਾਲ ਜਿਹੜੇ ਤੌਖਲੇ ਨੇ ਉਹ ਕੇਂਦਰ ਸਰਕਾਰ ਕਿਸ ਤਰ੍ਹਾਂ ਹੱਲ ਕਰੇਗੀ। ਸੋ ਸਭ ਤੋਂ ਪਹਿਲਾਂ ਸ਼ਿਵਚਰਨ ਸਿੰਘ ਜੀ, ਤੁਹਾਡਾ ਬਹੁਤ ਸਵਾਗਤ, ਤੁਸੀਂ ਸਮਾਂ ਦਿੱਤਾ। ਬਹੁਤ ਬਹੁਤ ਧੰਨਵਾਦ ਬੇਟਾ ਜੀ, ਅੱਜ ਮੈਨੂੰ ਨੈਸ਼ਨਲ ਚੈਨਲ 'ਤੇ ਲੈ ਕੇ ਆਏ। ਜੋ ਆਪਾਂ ਅੱਜ ਇਸ਼ੂਜ਼ ਹੈਗੇ ਆ, ਆਰਡੀਨੈਂਸ ਦੇ ਇਸ਼ੂਜ਼ ਹੈਗੇ ਆ, ਉਹਨਾਂ 'ਤੇ ਆਪਾਂ ਸਾਰੇ ਪੱਖਾਂ ਨੂੰ ਆਪਾਂ ਵਿਚਾਰ ਕਰਾਂਗੇ ਜੀ। ਜੋ ਵਿਰੋਧ ਹੋ ਰਿਹਾ ਉਹ ਆਪਾਂ ਦੋਵੇਂ ਪੱਖ ਹੀ ਦੱਸਾਂਗੇ, ਕਿਉਂਕਿ ਹਰ ਚੀਜ਼ ਦੀ ਮੈਰਿਟਸ ਵੀ ਹੁੰਦੀਆਂ, ਡੀਮੈਰਿਟਸ ਵੀ ਹੁੰਦੀਆਂ, ਪਰ ਕੁਛ ਵੀ ਆਪਾਂ ਜਿਹੜੀਆਂ ਵੀ ਚੀਜ਼ਾਂ ਹੈਗੀਆਂ ਵੀ ਮੈਰਿਟਸ, ਇਹ ਬਿੱਲ ਇੱਕ ਹਿਸਾਬ ਨਾਲ ਆਪਾਂ ਕਹਿ ਸਕਦੇ 1991 ਦੇ ਵਿੱਚ ਜੋ ਆਪਣੇ ਰਿਫਾਰਮਸ ਆਏ ਸੀ, ਇੰਡਸਟਰੀਅਲ ਰਿਫਾਰਮਸ, ਡੀ-ਲਾਇਸੈਂਸਿੰਗ ਆਫ ਜੀ, ਉਹ ਸੇਮ ਉਹ ਰਿਫਾਰਮ ਜਿਹੜੇ ਉਸ ਟਾਈਮ ਆਏ ਸੀਗੇ, ਜਿਨ੍ਹਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਵੀ ਸੀਗੀ ਜੀ, ਉਹੀ ਰਿਫਾਰਮ ਅੱਜ ਐਗਰੀਕਲਚਰ ਸੈਕਟਰ ਦੇ ਵਿੱਚ ਆਏ ਹੈ ਜੀ। ਤੇ ਪਰ ਵਿਰੋਧ ਇੰਨਾ ਹੋ ਰਿਹਾ ਇਸ ਸਮਝ ਤੋਂ ਬਾਹਰ ਹੈ, ਕਿਉਂਕਿ ਅਸੀਂ ਵੇਖਣਾ ਹੈ ਵੀ ਉਹ ਜਦੋਂ ਵੀ ਕੋਈ ਰਿਫਾਰਮ ਆਉਂਦੇ ਆ, ਜਿਹੜੇ ਪਹਿਲਾਂ ਐਸਟੈਬਲਿਸ਼ ਚੀਜ਼ਾਂ ਉਹਨਾਂ 'ਚ ਚੇਂਜ ਆਉਂਦੀ ਹੁੰਦੀ ਹੈ, ਪਰ ਨਟਸ਼ੈਲ ਉਹ ਕੀ ਹੁੰਦਾ ਹੈ, ਉਹ ਵਧੀਆ ਹੀ ਹੁੰਦੇ ਆ। ਬਿਲਕੁਲ ਸ਼ਿਵਚਰਨ ਜੀ, ਅਸੀਂ ਗੱਲ ਕਰਦੇ ਹਾਂ, ਲੋਕਾਂ ਦੇ ਮਨਾਂ ਦੇ ਤੌਖਲੇ ਨੇ ਕਿ MSP ਖਤਮ ਹੋ ਜਾਏਗੀ, ਪੰਜਾਬ ਦੇ ਕਿਸਾਨ ਨੂੰ ਨੁਕਸਾਨ ਹੋਏਗਾ। ਪਹਿਲੀ ਗੱਲ MSP ਦੀ ਗੱਲ ਕਰ ਲਈਏ। ਹਾਲਾਂਕਿ ਨਰਿੰਦਰ ਸਿੰਘ ਤੋਮਰ ਖੇਤੀਬਾੜੀ ਮੰਤਰੀ ਇੱਕ ਚਿੱਠੀ ਦਿੰਦੇ ਨੇ ਇੱਕ ਪਾਰਟੀ ਨੂੰ, ਔਰ ਉਸ ਚਿੱਠੀ 'ਤੇ ਕਿਸਾਨ ਜਥੇਬੰਦੀਆਂ ਭਰੋਸਾ ਨਹੀਂ ਕਰ ਰਹੀਆਂ। ਤੁਸੀਂ ਕਿਵੇਂ ਦੇਖਦੇ ਹੋ? ਬੇਟਾ ਜੀ, ਇੱਕ ਗੱਲ ਦੱਸਾਂ ਮੈਂ ਤੁਹਾਨੂੰ, ਮੈਨੂੰ ਇੱਕ 1996 ਦੀ ਗੱਲ ਹੈ। ਉਸ ਟਾਈਮ ਵਰਲਡ ਦੇ ਜਿਹੜੇ ਆਪਣੇ ਨੇਸ਼ਨ ਸੀਗੇ, ਜਿਹੜੇ ਗ੍ਰੇਨਸ ਪ੍ਰੋਡਿਊਸ ਕਰਦੇ ਸੀਗੇ, ਉਹ ਕਹਿ ਰਹੇ ਸੀਗੇ ਵੀ ਜਿਹੜੀ ਇੰਡੀਆ ਦੀ ਜਿਹੜੀ ਗ੍ਰੇਨ ਦੀ ਜਿਹੜੀ ਕੁਆਲਿਟੀ ਆ ਉਹ ਬਹੁਤ ਪੂਅਰ ਹੈ। ਕਣਕ ਦੀ ਕੁਆਲਿਟੀ ਮਾੜੀ ਹੈ, ਕਣਕ ਦੀ ਕੁਆਲਿਟੀ ਬਹੁਤ ਮਾੜੀ ਹੈ, ਝੋਨੇ ਦੀ ਕੁਆਲਿਟੀ ਬਹੁਤ ਮਾੜੀ ਹੈ। ਮੈਂ ਤੁਹਾਨੂੰ ਇੱਕ ਗੱਲ, ਅੱਜ ਮੈਂ ਵੀ ਕਿਸਾਨ ਪਰਿਵਾਰ 'ਚੋਂ ਹਾਂ, ਆਪਾਂ ਕਿਸਾਨੀ ਨਾਲ, ਕਿਉਂਕਿ ਬੇਸ ਹੈ ਸਾਡਾ ਐਗਰੀਕਲਚਰ ਸੈਕਟਰ, ਸਾਡਾ ਬੇਸ ਹੈ ਪੰਜਾਬ ਦਾ, ਵਿਰੋਧ ਹੋਣਾ ਚਾਹੀਦਾ। ਪਰ ਤੁਸੀਂ ਵੇਖੋ ਵੀ ਅਸੀਂ ਕੀ ਚੀਜ਼ ਅਸੀਂ ਦੇ ਰਹੇ ਹਾਂ ਜੀ, ਅਸੀਂ ਕੀ ਚੀਜ਼ ਪ੍ਰੋਡਿਊਸ ਕਰ ਰਹੇ ਹਾਂ ਜੀ। ਤੁਸੀਂ ਕਣਕ ਝੋਨੇ ਦੀ ਗੱਲ ਕੀਤੀ, ਅਸੀਂ MSP 'ਤੇ ਆਖ ਰਹੇ ਹਾਂ। ਮੈਂ ਕਹਿੰਦਾ MSP ਉਹਨਾਂ ਚਿਰ ਨਹੀਂ ਚੱਕਣੀ ਚਾਹੀਦੀ ਜਿੰਨਾ ਚਿਰ ਹੋਰ ਸਬਸਟੀਟਿਊਟ ਨਹੀਂ ਆਉਂਦਾ, ਪਰ ਇਸ MSP 'ਤੇ ਅਸੀਂ ਦੇ ਕੇ ਕੀ ਅਸੀਂ ਕੁਆਲਿਟੀ ਅਸੀਂ ਨੇਸ਼ਨ ਨੂੰ ਦੇ ਰਹੇ ਹਾਂ। ਕਿਸਾਨ ਵੀਰੋ, ਅਸੀਂ ਸੋਨੇ ਵਰਗੀ ਫਸਲ ਪ੍ਰੋਡਿਊਸ ਕਰਦੇ ਹਾਂ ਜੀ, ਚਾਹੇ ਉਹ ਕਣਕ ਹੈ, ਚਾਹੇ ਉਹ ਝੋਨਾ, ਪਰ ਜਦੋਂ ਉਹ ਕੁਆਲਿਟੀ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਜਾਂਦੀ ਹੈ, ਉਹ ਕਿਸ ਤਰ੍ਹਾਂ ਦੀ ਜਾਂਦੀ ਹੈ, ਉਹ MSP ਦੇ ਵਿੱਚ ਇਨਵੈਸਟਮੈਂਟ ਨਹੀਂ ਹੋ ਰਹੀਗੀ। ਉਹ MSP ਤੋਂ ਬਾਅਦ ਜਿਹੜਾ ਸਟੋਰ ਹੋਣਾ ਹੈ ਉਸ ਦੇ ਉੱਤੇ ਉਹ ਗੱਲ ਹੋ ਰਹੀ ਹੈ ਵੀ ਕਿਸ ਤਰ੍ਹਾਂ ਸਟੋਰ ਹੋ ਰਿਹਾ, ਕੋਈ ਉਹਦੇ ਵਿੱਚ ਟੈਕਨੋਲੋਜੀ ਨਹੀਂ ਗਈ। ਮੈਂ ਤੁਹਾਨੂੰ ਦੱਸਣਾ ਬੇਟਾ ਜੀ ਵੀ ਇੰਨੀ ਪੂਅਰ ਜਿਹੜੇ ਕੰਸਰਨ, ਰੌਲਾ ਇਹ ਕਿਹਦਾ ਹੈ, ਠੀਕ ਹੈ, ਮੈਂ ਤੁਹਾਨੂੰ ਫੈਕਟ ਦਿੰਦਾ ਵੀ ਕੀ ਕਾਰਨ ਹੈ। ਪਿਛਲੀ ਇੱਕ ਸਰਕਾਰ ਸੀਗੀ ਜੀ, ਉਹਦੇ ਵਿੱਚ ਕੀ ਹੋਇਆ, ਫਾਈਨੈਂਸ ਮਿਨਿਸਟਰ ਨੇ ਇਹਦੇ ਵਿੱਚ ਚੇਂਜ ਲਿਆਉਣ ਦੀ ਕੋਸ਼ਿਸ਼ ਕੀਤੀ। ਜਦੋਂ ਫਾਈਨੈਂਸ ਮਿਨਿਸਟਰ ਨੇ ਇਹਦੇ ਵਿੱਚ ਚੇਂਜ ਲਿਆਉਣ ਦੀ ਕੋਸ਼ਿਸ਼ ਕੀਤੀ, ਉਸ ਫਾਈਨੈਂਸ ਮਿਨਿਸਟਰ ਨੂੰ ਉਹਨਾਂ ਨੇ ਕੀ ਕੀਤਾ ਵੀ ਜਿਹੜੀ ਐਕਟਿਵ ਪੋਲਿਟਿਕਸ ਤੋਂ ਚੱਕ ਕੇ ਉਹਨੂੰ ਪ੍ਰੈਜ਼ੀਡੈਂਟ ਹਾਊਸ ਦੇ ਵਿੱਚ ਐਂਟਰ ਕਰਵਾ ਦਿੱਤਾ। ਮਤਲਬ ਤੁਸੀਂ ਸੋਚ ਸਕਦੇ ਹੋ ਉਹ, ਪਰ ਕਿਉਂਕਿ ਜਿਹੜਾ ਵੀ ਪਰਸਨ ਫਾਈਨੈਂਸ ਦੇਖ ਰਿਹਾ ਹੁੰਦਾ ਉਹਨੂੰ ਪਤਾ ਹੋ ਰਿਹਾ ਵੀ ਕਿੱਥੇ ਨੁਕਸਾਨ ਹੋ ਰਿਹਾ, ਬਿਲਕੁਲ ਪੈਸਾ ਕਿੱਥੋਂ ਆ ਰਿਹਾ, ਕਿੱਥੇ ਜਾ ਰਿਹਾ। ਹੁਣ ਸਪੋਜ਼ ਕਰ ਲਓ ਬੇਟਾ ਜੀ, 1900 ਰੁਪਏ ਆਪਣਾ, ਮੈਂ ਤੁਹਾਨੂੰ ਫੈਕਟ ਦਿੰਦਾ ਇੱਕ ਜੀ, ਆਪਾਂ ਫੈਕਟ ਬੇਸ ਗੱਲਾਂ ਕਰਾਂਗੇ, ਕਿਉਂਕਿ ਇਹ ਨਾਲੇ ਲੇਟੈਸਟ ਫੈਕਟ ਹੈਗੇ 90 ਆਪਣੇ, ਇਹ ਹੈਗੇ ਆਪਣੇ 1900 ਇਸੇ ਮੰਥ ਦੇ ਆਪਣਾ 2020 ਦੀ ਗੱਲ ਕਰ ਰਹੇ, 2020-21 ਦੇ ਜਿਹੜੀਆਂ ਆਪਣੀਆਂ ਰਿਪੋਰਟ ਆ ਉਹਦੇ ਵਿੱਚ ਹੈ। ਉਹਦੇ ਵਿੱਚ ਦੱਸਿਆ ਵੀ ਜਿਹੜੇ ਸੈਂਟਰ ਨੂੰ 1 ਕੁਇੰਟਲ ਜਿਹੜੀ ਆਪਣਾ ਕਣਕ ਚੱਕਣੀ ਹੈ ਜੀ, ਉਹ ਕਿੰਨੇ ਰੁਪਏ 'ਚ ਪੈ ਰਹੀ ਹੈ। ਜੇ ਅਸੀਂ ਇੱਥੋਂ 1900 ਰੁਪਏ ਦੇ ਰਹੇ ਹਾਂ, ਉਹਨਾਂ ਨੂੰ 2838 ਰੁਪਏ 'ਚ ਪੈ ਰਹੀ ਹੈ। ਉੱਤੇ ਖਰਚੇ ਪੈ ਰਹੇ ਨੇ, ਉੱਤੇ ਖਰਚੇ ਪੈ ਰਹੇ ਆ, ਤੇ ਖਰਚੇ ਪਾ ਕੇ ਵੀ ਕੁਆਲਿਟੀ ਉਹ ਕੀ ਹੈ ਚੌਲਾਂ ਦੀ। ਅਸੀਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ, ਅਸੀਂ ਇੰਟਰਨੈਸ਼ਨਲ ਮਾਰਕੀਟ ਤਾਂ ਬਹੁਤ ਦੂਰ ਦੀ ਗੱਲ ਆ, ਅਸੀਂ ਨੈਸ਼ਨਲ ਲੈਵਲ ਦੇ ਉੱਤੇ ਤੁਸੀਂ ਉਹ ਕੁਆਲਿਟੀ ਦੇਖੋ, ਅਸੀਂ ਉਹ ਕੁਆਲਿਟੀ ਕੀ ਹੈ। ਤੁਹਾਨੂੰ ਮੈਨੂੰ ਪਤਾ ਹੈ ਵੀ ਅਸੀਂ ਕੀ ਉੱਥੇ ਵਰਕ ਕਰਦੇ ਹਾਂ, ਮੰਡੀਆਂ ਦੇ ਵਿੱਚ ਕੀ ਹੁੰਦਾ। ਬਿਲਕੁਲ ਸੇਮ ਉਹ ਆ ਗਈ ਆਪਣੇ ਝੋਨੇ ਤੇ ਜੀ, ਝੋਨੇ 'ਚ ਵੀ 1950 ਰੇਟ ਰਹੇਗਾ, 1965 ਹੈ, ਤੇ ਉਹਦੇ ਤੇ ਕੀ ਖਰਚ ਆ ਰਿਹਾ ਸੈਂਟਰ ਨੂੰ, 3726 ਰੁਪਏ ਪਰ ਕੁਇੰਟਲ। ਮਤਲਬ 1700 ਰੁਪਇਆ MSP ਦੇ ਕੇ 1700 ਰੁਪਇਆ ਉੱਤੇ ਖਰਚ ਵੀ ਕਰ ਰਹੀ ਹੈ, ਤੇ ਪਰ ਕੁਆਲਿਟੀ ਫਿਰ ਵੀ ਨਹੀਂ ਮਿਲ ਰਹੀ। ਇਹਦੇ ਵਿੱਚ ਕੋਈ
ਕਿਸਾਨ ਦਾ ਕੋਈ ਰੋਲ ਨਹੀਂਗਾ, ਕਿਉਂਕਿ ਮੈਂ ਪਹਿਲਾਂ ਹੀ ਆਪਾਂ ਇਹ ਗੱਲ ਡਿਸਕਸ ਕਰਦੇ ਆਏ ਆ ਵੀ ਚਾਹੀਦਾ ਕੀ ਸੀਗਾ ਬਈ ਐਕਸਪੋਰਟ ਖੋਲਣ ਜੀ। ਜਿਹੜੇ ਕਿਸਾਨ ਵੀਰ ਇਹ ਕਹਿ ਰਹੇ ਆ ਵੀ MSP ਚੱਕੀ ਜਾਊਗੀ, MSP ਬਿਲਕੁਲ ਨਹੀਂ ਚੱਕੀ ਜਾ ਸਕਦੀ। 400 ਲੱਖ ਮੀਟ੍ਰਿਕ ਟਨ ਜੀ, 400 ਲੱਖ ਮੀਟ੍ਰਿਕ ਟਨ PDS ਵਾਸਤੇ ਚਾਹੀਦਾ। ਪੰਜਾਬ ਉਹਦੇ ਵਿੱਚ 108 ਕੰਟਰੀਬਿਊਟ ਕਰ ਰਿਹਾ। ਸਾਡੀ 130 ਕਰੋੜ ਦੀ ਆਬਾਦੀ ਹੈ ਜੀ। ਸਟਿਲ ਹਜੇ ਤੱਕ ਕਈ 3 ਸਟੇਟਾਂ ਇਸ ਤਰ੍ਹਾਂ ਦੀਆਂ ਜਿੱਥੇ ਜਿਹੜੇ ਪਰਸਨਸ ਆ ਉਹ ਭੁੱਖਮਰੀ ਨਾਲ ਮਰਦੇ ਆ ਜੀ। ਕਿਉਂ ਮਰਦੇ ਆ? ਕਿਉਂਕਿ ਉਹਨਾਂ ਕੋਲੇ ਅਨਾਜ ਪਹੁੰਚਦਾ ਹੀ ਨਹੀਂ, ਕੁਆਲਿਟੀ ਦਾ ਅਨਾਜ ਪਹੁੰਚਦਾ। ਬਿਲਕੁਲ, ਇਹ ਯਾਨੀ ਉਹਦੀ ਜਿਹੜੀ ਨਿਊਟ੍ਰੀਐਂਟ ਹੈ ਜਾਂ ਗੁਣਵੱਤਾ ਉਹਦੀ ਕਹਿ ਸਕਦੇ ਆ, ਜਾਂ ਨਮੀ ਦੀ ਮਾਤਰਾ ਹੈ, ਜਾਂ ਕੁਆਲਿਟੀ ਕੰਟਰੋਲ ਦੇ ਅਸੀਂ ਪੂਰੇ ਨਹੀਂ ਉਤਰਦੇ। ਜਦੋਂ ਇਹ ਐਕਟ ਲੈ ਕੇ ਆਂਦਾ ਵੀ ਬਈ ਤੁਸੀਂ ਸਟੋਰੇਜ ਦੀ ਕਪੈਸਿਟੀ ਨੂੰ ਆਪਾਂ ਕੀ ਹੈ ਲਿਮਿਟ ਚੱਕਤੀ ਹੈ ਕਿ ਜਿੰਨੇ ਸਟੋਰੇਜ ਦੀ ਕਪੈਸਿਟੀ ਕਿਉਂ ਚੱਕੀ ਗਈ ਹੈ? ਕਿਉਂਕਿ ਪ੍ਰਾਈਵੇਟ ਸੈਕਟਰ ਨੂੰ ਇਹਦੇ ਵਿੱਚ ਇਨਵੋਲਵ ਕਰਨਾ ਹੈ। ਹੁਣ ਅਸੀਂ ਕੀ ਦੇਖਦੇ ਹਾਂ, ਤੁਸੀਂ ਵੀ ਦੇਖਿਆ ਹੋਣਾ, ਮੈਂ ਵੀ ਦੇਖਿਆ ਹੋਣਾ, ਜਦੋਂ ਮੀਂਹ ਪੈਂਦਾ ਉਦੋਂ ਕਣਕ ਦੇ ਉੱਤੋਂ ਵੀ ਆਪਣੇ ਚੱਕ ਦਿੰਦੇ ਆ, ਪਲੰਥਾਂ ਚੱਕਦੇ। ਪਲੰਥਾਂ ਦੇ ਵਿੱਚ ਸਟੋਰ ਹੋ ਸਕਦਾ? ਬਿਲਕੁਲ। ਤੁਸੀਂ ਮੈਂ ਓਪਨ ਪਲੰਥਾਂ ਨੇ, ਔਰ ਕਿੰਨਾ ਅਨਾਜ ਖਰਾਬ ਹੋ ਰਿਹਾ। ਤੇ ਪੰਜਾਬ ਮੈਨੂੰ ਨਹੀਂ ਪਤਾ ਕਿਉਂਕਿ ਜੋ ਗਵਰਨੈਂਸ ਦੇ ਵਿੱਚ ਹੁੰਦੇ ਆ ਉਹਨਾਂ ਤੇ ਜ਼ਿਆਦਾ ਜ਼ਿੰਮੇਵਾਰੀਆਂ ਹੁੰਦੀਆਂ, ਬੜੇ ਧੀਮਲ ਨਾਲ ਗੱਲ ਕਰਦੇ ਆ। ਪੰਜਾਬ ਨੇ ਇਸ ਨੂੰ ਵੇਖਿਆ, 12,000 ਕਰੋੜ ਦਾ ਅਨਾਜ ਖਰਾਬ ਹੋ ਗਿਆ ਪੰਜਾਬ ਦੇ ਵਿੱਚ ਪਿਛਲੇ ਸਾਲਾਂ ਦੌਰਾਨ। 18,000 ਕਰੋੜ ਰੁਪਇਆ ਉਹ ਤੇ ਇੰਟਰਸਟ ਪੈ ਗਿਆ, ਲਾਗਤ ਆ ਗਈ ਉਹਦੇ ਉੱਤੇ, ਨਹੀਂ ਜੀ ਵਿਆਜ ਪੈ ਗਿਆ ਜੀ। 12,000 ਕਰੋੜ ਦਾ ਅਨਾਜ ਖਰਾਬ ਕਰਤਾ ਸੀ FCI ਦਾ, 31,000 ਕਰੋੜ ਹੋ ਗਿਆ ਤੇ ਉਹ 31,000 ਕਰੋੜ ਰੁਪਇਆ ਹੋ ਗਿਆ ਜੀ। ਤੇ ਉਹਦੀਆਂ ਕਿਸ਼ਤਾਂ ਅਸੀਂ ਕਿੰਨੀਆਂ ਦੇਣੀਆਂ? 67,000 ਕਰੋੜ ਰੁਪਇਆ ਦੇਣਾ ਹੈ। ਤੇ ਜੇ ਇਹੀ ਅਨਾਜ ਪ੍ਰਾਈਵੇਟ ਸੈਕਟਰ ਦੇ ਵਿੱਚ ਵਧੀਆ ਟੈਕਨੋਲੋਜੀ ਨਾਲ ਸਟੋਰ ਕੀਤਾ ਹੁੰਦਾ, ਕੀ ਉਹ ਖਰਾਬ ਹੁੰਦਾ? ਉਹਦਾ ਡਬਲ ਰੇਟ ਮਿਲਣਾ ਸੀ ਸਾਨੂੰ, ਉਹ ਡਬਲ ਰੇਟ ਮਿਲਣਾ ਸੀ। ਅਸੀਂ ਉਹਨੂੰ ਐਕਸਪੋਰਟ ਵੇਖੋ, ਮੇਰੀ ਗੱਲ ਸੁਣੋ, ਜੋ ਵੀ ਫਾਈਨੈਂਸ ਮਿਨਿਸਟਰ ਹੈ, ਜੋ ਵੀ ਉੱਥੇ ਦਿੱਲੀ ਦੇ ਵਿੱਚ ਬੈਠ ਕੇ ਦੇਖਦੇ ਆ, ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ, ਉੱਥੇ ਵੀ ਬੜੇ ਪਾਵਰ ਹਾਊਸ ਹੈ। ਕਿਉਂਕਿ ਜਿਹੜੀ ਚਾਹੇ ਉਹ ਆੜਤੀਆ ਲੌਬੀ ਹੈ, ਚਾਹੇ ਕੋਈ ਮਤਲਬ ਸਟੋਰੇਜ ਦੀਆਂ ਜਿਹੜੀਆਂ ਤੁਸੀਂ ਵੇਖੋ, ਸਟੋਰੇਜ ਦੇ ਵਿੱਚ ਪ੍ਰਾਈਵੇਟ ਸੈਕਟਰ ਨੂੰ ਐਂਟਰੀ ਨਹੀਂ ਹੋਣ ਦਿੱਤਾ ਹੁਣ ਤੱਕ। ਕਿਉਂ ਨਹੀਂ ਹੋਣ ਦਿੱਤਾ? ਤੁਸੀਂ ਮੈਨੂੰ ਹੈਰਾਨੀ ਹੋਈ ਵੀ ਜਦੋਂ ਸਟੋਰੇਜ ਦੇ ਗ੍ਰੇਨਸ ਤੇ ਜਿਹੜੇ ਆਪਣੇ ਨਿਕਲੇ ਸਟੋਰੇਜ ਹਾਊਸ ਨਿਕਲੇ ਵੀ ਜਿਹੜੇ ਉਹਨੂੰ ਸਟੋਰ ਕਰਨ ਵਾਸਤੇ, ਉਹ ਇੱਕ ਬੜੇ ਪਾਵਰਫੁਲ ਪੋਲੀਟੀਸ਼ੀਅਨ ਨੇ ਸਾਰੇ ਇੰਡੀਆ ਦੇ ਵਿੱਚ ਬਣਾਏ। ਤੁਸੀਂ ਸਮਝੋ ਬੇਟਾ ਜੀ, ਕਿੱਥੋਂ ਤੱਕ ਸੈਲੋਜ਼ ਨਹੀਂ ਜੀ, ਉਵੇਂ ਕਾਮਨ ਜੇ ਕੰਧਾਂ ਕੱਢ ਕੇ ਉੱਤੇ ਸ਼ੈੱਡ ਪਾਤੇ। ਸੈਲੋਜ਼ ਦਾ ਬੜੀ ਬੈਸਟ ਟੈਕਨੋਲੋਜੀ ਹੁੰਦੀ ਹੈ ਕਿ ਉਹ ਕੱਲੀ ਕਣਕ ਦੇ ਵਿੱਚ ਹੀ ਪੋਸੀਬਲ ਹੁੰਦੀ ਹੈ। ਸੈਲੋਜ਼ ਰਾਈਸ ਨੂੰ ਆਪਾਂ ਹੋਰ ਢੰਗ ਨਾਲ ਸਟੋਰ ਕਰਨਾ ਹੁੰਦਾ ਹੈ। ਇਹ ਸਾਰੀਆਂ ਚੀਜ਼ਾਂ ਵੀ ਜੋ ਇਹ ਸੈਕਟਰ ਨੂੰ ਕੀ ਹੈ ਬਹੁਤ ਬੁਰੀ ਤਰ੍ਹਾਂ, ਕੋਈ ਇਹ ਅੱਜ ਦਾ ਇਹ ਸੈਕਟਰ ਨਹੀਂ ਸੀ ਇਹਨੂੰ ਕਵਰ ਅਪ ਕੀਤਾ ਗਿਆ। ਮੈਂ 10th ਦੇ ਵਿੱਚ 10ਵੀਂ ਦੇ ਵਿੱਚ ਅਸੀਂ ਤੂਤਾਂ ਵਾਲਾ ਖੂਹ ਪੜ੍ਹਦੇ ਸੀਗੇ ਵੀ ਕਿਵੇਂ ਸ਼ਾਹੂਕਾਰ ਉਹਨਾਂ ਨੂੰ ਆਪਸ ਦੇ ਵਿੱਚ ਪਾੜ ਕੇ ਤੇ ਕਿਵੇਂ ਉਹਨਾਂ ਦੀ ਜ਼ਮੀਨ ਗ੍ਰੈਬ ਕਰਦਾ। ਜੇ ਤੁਸੀਂ ਇਸ ਤੋਂ ਮਗਰ ਚਲੇ ਜਾਓ, 1300 ਈਸਵੀ ਦੇ ਵਿੱਚ ਚਲੇ ਜਾਓ, ਇਹ ਰਿਫਾਰਮ ਉਦੋਂ ਲਿਆਂਦੇ ਸੀਗੇ ਇਹਨਾਂ ਨੇ, ਅਲਾਉਦੀਨ ਖਿਲਜੀ ਨੇ ਲਿਆਂਦੇ ਸੀ। ਕਾਹਦੇ ਵਾਸਤੇ? ਇਹ ਮੰਡੀ ਸਿਸਟਮ ਲਿਆਂਦਾ ਸੀ ਆਪਦੀ ਆਰਮੀ ਨੂੰ ਫੀਡ ਕਰਨ ਵਾਸਤੇ। ਠੀਕ ਹੈ, ਉਹ ਮਤਲਬ ਇੱਕ ਤਰ੍ਹਾਂ ਦਾ ਰਿਫਾਰਮ ਕੀ ਸੀਗਾ ਵੀ ਪਿੰਡਾਂ ਦੇ ਵਿੱਚੋਂ ਜਿਹੜੇ ਮੇਨ ਬਾਹੂਬਲੀ ਹੁੰਦੀ ਸੀ ਪਹਿਲਾਂ, ਉਹ ਲੈ ਕੇ ਫਿਰ ਰਾਜੇ ਦਰਬਾਰ ਜਾਂਦੇ ਸੀ। ਫਿਰ ਉਹਨੇ ਕੀਤਾ ਮੰਡੀ 'ਚ ਲਿਆਓ, ਇੰਨਾ ਅਨਾਜ ਮੇਰੀ ਆਰਮੀ ਵਾਸਤੇ ਹੋਊਗਾ, ਬਾਕੀ ਤੁਹਾਡਾ ਹੋਊਗਾ। ਅੱਜ ਮੈਨੂੰ ਕਈ ਪਰਸਨਸ ਨੇ ਆਖਿਆ ਬਿਹਾਰ ਦੇ ਵਿੱਚ APMC ਮਾਡਲ ਫੇਲ ਹੋ ਗਿਆ, ਤੇ ਮੈਨੂੰ ਉਹ ਦੱਸ ਦੇਣ ਵੀ ਦਿੱਲੀ 'ਚ ਕਿਉਂ ਕਾਮਯਾਬ ਹੈ। ਦਿੱਲੀ ਦੇ ਵਿੱਚ ਕੀ ਗੱਲ ਹੈ? ਦਿੱਲੀ ਦੀ ਕੋਈ ਖੇਤੀ ਹੈ? ਬਿਲਕੁਲ ਬਹੁਤ ਘੱਟ ਖੇਤੀ ਹੈ ਦਿੱਲੀ 'ਚ। ਕੀ ਖੇਤੀ ਹੈ ਜੀ? ਕੋਈ ਵੀ ਨਹੀਂ। ਮੀਅਰ ਆਪਣਾ 20,000 ਮੀਟ੍ਰਿਕ ਟਨ 20,000 ਮੀਟ੍ਰਿਕ ਟਨ। ਅਸੀਂ 108 ਲੱਖ ਮੀਟ੍ਰਿਕ ਟਨ ਕੰਟਰੀਬਿਊਟ ਕਰਦੇ ਹਾਂ, ਤੇ ਦਿੱਲੀ ਕਿੰਨੀ ਕਰਦੀ ਹੈ? ਸਿਰਫ 20,000 ਮੀਟ੍ਰਿਕ ਟਨ ਕੰਟਰੀਬਿਊਟ ਕਰਦੀ ਹੈ। ਇਹ ਕਹਿਣ ਨੂੰ ਗੱਲਾਂ। ਇਸ ਦੇ ਵਿੱਚ ਟੈਕਨੋਲੋਜੀ ਦੀ ਇਨਵੈਸਟਮੈਂਟ ਬਹੁਤ ਜ਼ਰੂਰੀ ਸੀਗੀ। APMC ਐਕਟ ਦੇ ਵਿੱਚ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਬਈ APMC ਐਕਟ ਦੇ ਵਿੱਚ ਕੀ ਹੋਇਆ ਬਈ ਸਾਰਾ ਕੁਝ ਪੂਲ ਹੋ ਗਿਆ। ਮੈਂ ਇਹ ਨਹੀਂ ਕਹਿੰਦਾ ਹੈਗਾ, ਆੜਤੀਏ ਵੀ ਨਿਚੋੜੇ ਗਏ ਆ, ਉੱਥੇ ਮਾਫੀਆ ਬਣ ਗਿਆ ਆੜਤੀਆਂ ਦੇ ਵਿੱਚ ਵੀ। ਉਹ ਕੀ ਬਣ ਗਿਆ ਵੀ ਜਿਹੜੇ ਇੱਕ ਸਾਫ ਸੁਥਰਾ ਟ੍ਰੇਡ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਉਹ ਨਹੀਂ ਕਰਨ ਦਿੱਤਾ। ਪੋਲੀਟੀਸ਼ੀਅਨ ਵਿੱਚ ਐਂਟਰ ਹੋਏ, ਉਹਨਾਂ ਨੇ ਰੇਟ ਬੰਨ੍ਹਤੇ, ਕਿਵੇਂ ਪੂਲ ਕਰਨਾ ਫਸਲ ਦਾ, ਕਿਵੇਂ ਆਪਾਂ ਜੱਟ ਦੇ ਉੱਤੇ ਕਾਟ ਲਾਉਣੀ ਹੈ, ਬਿਲਕੁਲ ਵੱਟਾ ਲਾਉਣਾ, ਕਿਵੇਂ ਆਪਾਂ ਪਹਿਲੀ ਵਾਰੀ ਹੋਇਆ ਵੀ ਕਣਕ ਦੇ ਵਿੱਚ ਵੀ ਵੱਟਾ ਲੱਗਦਾ ਹੋਵੇ, ਵੀ ਜਿਹੜੀ ਬਿਲਕੁਲ ਡਰਾਈ ਇੰਨੀ ਗਰਮੀ ਦੇ ਵਿੱਚ ਜਦੋਂ ਅਸੀਂ ਕਣਕ ਵੱਢਦੇ ਹਾਂ, ਜਦੋਂ ਮੰਡੀ ਲੈ ਕੇ ਜਾਂਦੇ ਹਾਂ, ਤੇ ਉਹਦੇ ਵਿੱਚ ਉਦੋਂ ਵੀ ਉਹਨਾਂ ਨੇ ਦੱਸਿਆ ਨਮੀ ਦੀ ਮਾਤਰਾ ਜ਼ਿਆਦਾ। ਤੁਸੀਂ ਬੇਟਾ ਜੀ ਆਪ ਸੋਚ ਸਕਦੇ ਹੋ ਵੀ ਕਿਸ ਲੈਵਲ ਦਾ ਇੱਥੇ ਹੈ। ਫੇਰ ਕੀ ਹੋ ਗਿਆ, ਜਿਵੇਂ ਟਰਾਂਸਪੋਰਟ ਆ, ਆਪਾਂ ਸਾਰੇ ਟਰਾਂਸਪੋਰਟਰਾਂ ਨੂੰ ਨਹੀਂ ਮਾੜਾ ਆ ਸਕਦੇ, ਉਹਦੇ ਵਿੱਚ ਵੀ ਮਾਫੀਆ ਆ ਗਿਆ ਪੋਲੀਟੀਸ਼ੀਅਨਸ ਦਾ। ਟਰੱਕ ਵਾਲੇ ਨੂੰ ਤਾਂ 15 ਰੁਪਏ ਕੁਇੰਟਲ ਦੇਣਾ, ਆਪ 35 ਰੁਪਏ ਲੈਣਾ, ਸਾਨੂੰ ਵਿਚਾਲੇ ਉਹ 20 ਰੁਪਏ ਲੈ ਲੈਣਾ। ਠੀਕ ਹੈ ਸ਼ਿਵਚਰਨ ਜੀ, ਆੜਤੀਆ ਵਰਗ ਵੀ ਕਹਿ ਰਹੇ ਆ ਕਿ ਸਾਨੂੰ ਵੀ ਨੁਕਸਾਨ ਹੋਏਗਾ,
ਮੰਡੀਆਂ ਨੂੰ ਨੁਕਸਾਨ ਹੋਏਗਾ, ਖੇਤ ਮਜ਼ਦੂਰਾਂ ਨੂੰ ਨੁਕਸਾਨ ਹੋਇਆ, ਤੋਲੇ ਨੂੰ ਨੁਕਸਾਨ ਹੋਏਗਾ। ਕੀ ਵਾਕਈ ਇਸ ਤਰ੍ਹਾਂ ਦਾ ਨੁਕਸਾਨ ਹੋਏਗਾ? ਤੁਹਾਨੂੰ ਖਦਸ਼ਾ ਹੈ ਇਸ ਤਰ੍ਹਾਂ ਦਾ? ਦੇਖੋ, ਨੁਕਸਾਨ ਕਿਸ ਤਰ੍ਹਾਂ ਹੋਊਗਾ? ਨੁਕਸਾਨ ਧੌਣਾ ਨਹੀਂ ਵੱਢੀਆਂ ਜਾਣੀਆਂ, ਧੌਣਾ ਨਹੀਂ ਕੱਟੀਆਂ ਜਾਣੀਆਂ ਗਿਆ ਜੀ। ਨੁਕਸਾਨ ਤਾਂ ਹੁੰਦੇ ਆਏ ਆ ਜੀ। ਤੇ ਹੁਣ ਅੱਗੇ ਦੇਖੋ ਵੀ ਤੁਸੀਂ ਦੇਖੋ ਵੀ ਤੋਲੇ ਦੀ ਕੀ ਜ਼ਰੂਰਤ ਪੈ ਗਈ ਜੀ। ਤੋ ਅੱਜ ਦੇ ਮਾਡਰਨ ਟੈਕਨੋਲੋਜੀ ਦੇ ਟਾਈਮ ਦੇ ਵਿੱਚ ਜੀ। ਤੋਲੇ ਚਾਹੀਦੇ ਅੱਜ ਕਿ ਅਸੀਂ ਉਹੀ ਤਾਂ- ਟ੍ਰੈਡੀਸ਼ਨਲ। ਬਿਲਕੁਲ, ਅਸੀਂ ਤਾਂ ਮੈਨੂਅਲ ਜਿਹੜਾ ਤੋਲ ਹਾਂ, ਹੈਗਾ 1980 ਕੰਡਾ ਹੈਗਾ 1980 ਵਾਲਾ। ਤੁਸੀਂ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਹ ਮੈਨੂੰ ਕਹਿਣਾ ਨਹੀਂ ਚਾਹੀਦਾ, ਮੇਰੇ ਇਹ ਆੜਤੀਆ ਮੇਰੇ ਭਰਾ ਵੀ ਹੈ, ਮੇਰੇ ਦੋਸਤ ਵੀ ਹੈਗੇ ਆ ਵਿੱਚ, ਪਰ ਜਿਹੜੇ ਇਹਨਾਂ ਨੂੰ ਕੰਟਰੋਲ ਕਰਦੇ ਆ, ਜੀ। ਕਿਉਂਕਿ ਕਈ ਚੰਗੇ ਵੀ ਬਹੁਤ ਹੈ ਜਿਹੜੇ ਕੀ ਹੈ ਮੁਰਗੀ ਨੂੰ ਨਹੀਂ ਖਾਧਾ, ਉਹਨਾਂ ਨੇ ਆਂਡੇ ਹੀ ਲਏ ਆ, ਪਰ ਅੱਜ ਮੈਜੋਰਟੀ ਕੀ ਹੈ ਜਿਹੜੇ ਨਵੇਂ ਵਿੱਚ ਰਲੇ ਆ, ਉਹਨਾਂ ਨੇ ਮੁਰਗੀਆਂ ਨੂੰ ਵੱਢਣਾ ਸ਼ੁਰੂ ਕਰਤਾ। ਇਹ ਕੋਈ ਆਪਣੀ ਸਟੱਡੀ ਦੱਸਦੀ ਹੈ। ਬਿਲਕੁਲ 5 ਲੱਖ ਛੋਟਾ ਜ਼ਿਮੀਂਦਾਰ ਹੁਣ ਤੱਕ ਲੈਂਡਲੈਸ ਕਰਤਾ ਇਹਨਾਂ ਨੇ, ਜ਼ਮੀਨ ਬੇਜ਼ਮੀਨੇ ਹੋ ਗਏ, ਬੇਜ਼ਮੀਨੇ ਕਰਤੇ। ਜੀ ਜੀ। ਠੀਕ ਹੈ, ਇਹ ਕਿਹਨੇ ਕੀਤਾ? ਇਹ 24% ਵਿਆਜ ਨੇ ਕੀਤਾ। ਜਿਹੜਾ ਜਦੋਂ ਵੀ ਇਹ ਵਿਆਜ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਜਿਹਨੇ ਕੀਤੀ, ਵਿਆਜ ਤਾਂ ਬਹੁਤ ਦੂਰ ਦੀ ਗੱਲ ਹੈ ਜੀ। ਆ ਪਿੱਛੇ ਜੇ ਕੀ ਹੋਇਆ, ਡੀਸੀ ਫਰੀਦਕੋਟ ਸੀਗੇ, ਬਹੁਤ ਅੱਛੇ ਬੰਦੇ ਸੀਗੇ, ਉਹਨਾਂ ਨੇ ਜਦੋਂ ਤਲਾਈ ਕੀਤੀ ਤਾਂ ਟ੍ਰੈਡੀਸ਼ਨਲ ਉਹ ਵੇਟ, ਉਹ ਮੈਨੂੰ ਵੀ ਨਹੀਂ ਵੇਖਣਾ ਆਉਂਦਾ, ਨਾ ਤੁਹਾਨੂੰ ਵੇਖਣਾ ਆਊਗਾ, ਉਹਨਾਂ ਨੂੰ ਹੀ ਪਤਾ ਜੀ, ਉਹਨਾਂ ਦੀ ਸੂਈ ਸੈੱਟ ਕਰਨੀ, ਉਹਨਾਂ ਨੇ ਅੱਗੇ ਪਿੱਛੇ ਕਰ ਦੇਣੀ, ਪਿੱਛੇ ਕਰਨੀ ਹੈ। ਠੀਕ ਹੈ, ਜਦ ਕਿ ਇਲੈਕਟ੍ਰੋਨਿਕ ਕੰਡਿਆਂ ਦੀ ਗੱਲ ਚੱਲਦੀ ਹੈ ਤਾਂ ਸਟ੍ਰਾਈਕਾਂ ਹੁੰਦੀਆਂ। ਜਦੋਂ ਇੱਕ ਗੱਲ ਹੋਰ ਦੇਖਿਓ ਬੇਟਾ ਜੀ, ਜਦੋਂ ਜੱਟ ਦੀ ਫਸਲ ਤਿਆਰ ਹੋ ਕੇ ਮੰਡੀ ਚ ਆਉਣ ਵਾਲੀ ਹੁੰਦੀ ਹੈ, ਉਦੋਂ ਆੜਤੀਆਂ ਦੀ ਵੀ ਸਟ੍ਰਾਈਕ ਹੁੰਦੀ ਹੈ, ਉਦੋਂ ਇੰਸਪੈਕਟਰ ਚਾਹੇ ਉਹ 5 ਦੇ ਹੋਣ, ਉਹਨਾਂ ਦੀ ਵੀ ਸਟ੍ਰਾਈਕ ਹੁੰਦੀ ਹੈ, ਉਦੋਂ ਟਰਾਂਸਪੋਰਟਰਾਂ ਦੀ ਵੀ ਸਟ੍ਰਾਈਕ ਹੁੰਦੀ ਹੈ। ਸਟ੍ਰਾਈਕ ਦਾ ਟਾਈਮ ਦੇਖੋ ਕੀ ਹੁੰਦਾ ਜਾਣ ਕੇ। ਹਾਂ, ਇਹ ਕਹਿ ਰਹੇ ਆ ਵੀ ਅੱਜ ਮੈਂ ਦੇਖ ਰਿਹਾ ਸੀਗਾ ਆਪਣੇ ਸੰਸਦ ਦੇ ਵਿੱਚ ਬੋਲ ਰਹੇ ਸੀਗੇ ਇੱਕ, ਪਰ ਉਹਨਾਂ ਨੂੰ ਐ ਨਹੀਂ ਪਤਾ, ਉਹ ਕਦੇ ਮੰਡੀ ਨਹੀਂ ਗਏਗੇ ਕਿ ਕਿੰਨੀ ਲੁੱਟ ਹੁੰਦੀ ਹੈ। ਜ਼ਿਮੀਂਦਾਰ ਜੇ 100 ਰੁਪਏ ਦੀ ਫਸਲ ਵੇਚਦਾ ਹੈ, ਨੱਟ ਸ਼ੈਲ ਉਹਦੇ ਖਾਤੇ 'ਚ ਕਿੰਨੇ ਪੈਸੇ ਪੈਂਦੇ ਆ, ਉਹ ਮੈਨੂੰ ਦੱਸ ਦੇਣ ਵੀ ਇਹਨਾਂ ਦਾ ਕੀ ਹੱਲ ਹੈ। ਦੇਖੋ 24% ਵਿਆਜ ਜੀ, ਕਿਸੇ ਨੇਸ਼ਨ ਦੇ ਵਿੱਚ ਦੱਸ ਦੇਣ ਵੀ 24% ਵਿਆਜ ਹੋਵੇ। ਉਹਨਾਂ ਨੇ ਕੀ ਕੀਤਾ ਵੀ ਚਲੋ ਜੀ ਪੈਰਲਲ ਸਿਸਟਮ ਹੈ, ਜਿਹੜਾ ਹੁਣ ਸਰਕਾਰ ਆਰਡੀਨੈਂਸ ਲੈ ਕੇ ਆਈ ਹੈ, ਉਹ ਕੀ ਹੈ ਵੀ ਉਹ ਇੰਨੇ ਉਹ ਪਰਸਨਸ ਜਿਹੜੇ ਪਰਸਨਸ ਆ ਵੈਰੀ ਬ੍ਰਿਲੀਅੰਟ ਪਰਸਨਸ, ਉਹਨੇ ਵੇਖਿਆ ਵੀ ਮੈਂ ਇੰਨੇ ਸਿਸਟਮ ਨਾਲ ਨਹੀਂ ਲੜ ਸਕਦਾ, ਨਾ ਮੈਂ ਆੜਤੀਆਂ ਨਾਲ ਲੜ ਸਕਦਾ, ਨਾ ਮੈਂ ਪੰਸਪ ਨਾਲ ਲੜ ਸਕਦਾ, ਨਾ ਮੈਂ ਸ਼ੈਲਰਾਂ ਨਾਲ ਲੜ ਸਕਦਾ, ਨਾ ਮੈਂ ਟਰਾਂਸਪੋਰਟਰਾਂ ਨਾਲ ਲੜ ਸਕਦਾ, ਕਿਉਂਕਿ ਮਾਫੀਆ ਹੀ ਇੰਨਾ ਬਣਿਆ ਪਿਆ ਵਿੱਚ। ਉਹਨਾਂ ਨੇ ਕੀ ਲਿਆਂਦਾ? ਆਰਡੀਨੈਂਸ ਲੈ ਕੇ ਆਏ ਆ। ਉਹ ਕਹਿੰਦੇ ਆ ਵੀ ਠੀਕ ਹੈ ਵੀ ਆਹ ਮੰਡੀ ਤੁਹਾਡੀ ਗਵਰਨਮੈਂਟ ਦੀ ਆ, ਆਹ ਪੈਰਲਲ ਮੰਡੀ ਹੈਗੀ ਇੱਕ, ਉਹਦੇ ਵਿੱਚ ਕਿਸਾਨ ਆ ਜਾਊਗਾ। ਬਿੱਟਾ ਜੀ, ਜਦੋਂ ਉਹਦੇ ਵਿੱਚ ਕਿਸਾਨ ਨੇ ਆਪਦੀ ਫਸਲ ਵੇਚਣੀ ਆ, ਉਹਨੂੰ 100 ਰੁਪਏ ਦੀ 100 ਰੁਪਏ ਮਿਲੂਗੀ ਜੀ। ਪਰ ਇਹ ਖਦਸ਼ਾ ਕਿਉਂ ਇੰਨਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਸਾਨੂੰ ਫਸਲ ਦਾ ਰੇਟ ਘੱਟ ਮਿਲੇਗਾ? ਮੱਕੀ ਦਾ ਐਗਜ਼ਾਮਪਲ ਦੇ ਰਹੇ ਕੁਝ ਲੋਕ ਕਿ ਮੱਕੀ MSP ਜਿਹੜਾ ਰੇਟ ਸੀਗਾ ਉਹ ਦੁੱਧੇ ਰੇਟ ਤੇ ਮਿਲ ਰਹੀ ਹੈ। ਇਸ ਤਰ੍ਹਾਂ ਦੇ ਤੌਖਲੇ ਦੂਰ ਕਰਨ ਦੀ ਗੱਲ ਹੋਣੀ ਚਾਹੀਦੀ ਹੈ। ਇਹ ਬਿੱਟਾ ਜੀ ਬੜੀ ਵੱਡੀ ਇਹ ਗਲਤੀ ਹੋਈ ਹੈ ਵੀ ਸਰਕਾਰ ਉਹਨੂੰ ਐਕਸਪਲੇਨ ਨਹੀਂ ਕਰ ਸਕੀ। ਮੇਰੀ ਗੱਲ ਸੁਣੋ, ਚਲੋ ਮੱਕੀ ਤਾਂ ਇੱਕ ਹੈ, ਤੇ ਬਾਸਮਤੀ ਕਿਹੜਾ ਸਰਕਾਰ ਖਰੀਦਦੀ ਹੈ? 100 ਮੁਲਕਾਂ ਨੂੰ ਆਪਣੇ ਕੀ ਐਕਸਪੋਰਟ ਹੋ ਰਹੀ ਹੈ ਬਾਸਮਤੀ ਜੀ। ਠੀਕ ਹੈ, ਤੇ ਇਹ ਕਹਿੰਦੇ ਆ ਵੀ ਜੇ ਵੱਡੇ ਅਦਾਨੀ ਆ ਗਏ ਜਾਂ ਕੁਛ ਆ ਗਏ ਐਕਸਪੋਰਟ ਨਹੀਂ ਹੋਣਾ। ਮੈਂ ਇਹ ਗੱਲ ਕਹਿਣਾ ਬਈ ਜਿੰਨੀਆਂ ਜ਼ਿਆਦਾ ਕੰਪਨੀਜ਼ ਆਉਣਗੀਆਂ ਐਕਸਪੋਰਟ ਦੇ ਵਿੱਚ, ਉਹਨਾਂ ਜ਼ਿਮੀਂਦਾਰ ਨੂੰ ਫਾਇਦਾ ਮਿਲੂਗਾ। ਕਿਸੇ ਵੀ ਸਰਕਾਰ ਦੀ ਹੁਣ ਤਾਕਤ ਹੈ ਨਹੀਂ ਵੀ ਬਾਸਮਤੀ ਐਕਸਪੋਰਟ ਨੂੰ ਰੋਕ ਸਕੇ, ਕਿਉਂਕਿ ਸਰਕਾਰਾਂ ਦੇ ਵਿੱਚ ਕੀ ਹੈ ਜਿਹੜਾ ਉਹਨਾਂ ਦਾ ਇੰਪੋਰਟ ਐਕਸਪੋਰਟ ਦਾ ਗੈਪ ਹੁੰਦਾ। ਕਿਸਾਨ ਵੀਰੋ, ਇੱਕੋ ਗੱਲ ਮੈਂ ਤੁਹਾਨੂੰ ਦੱਸਦਾ, ਇੱਕ ਗੱਲ ਸੁਣ ਲਿਓ, ਜੇ ਹਿੰਦੁਸਤਾਨ ਦੇ ਵਿੱਚੋਂ ਜੇ ਕੋਈ ਚੀਜ਼ ਐਕਸਪੋਰਟ ਹੋ ਸਕਦੀ ਹੈ ਵਧੀਆ ਕੁਆਲਿਟੀ ਦੀ, ਉਹ ਸਿਰਫ ਤੇ ਸਿਰਫ ਕੀ ਹੈ? ਫੂਡ ਗ੍ਰੇਨ ਹੈ, ਜਿੰਸ ਹੈ, ਚਾਹੇ ਉਹ ਫਲ ਹੈ, ਚਾਹੇ ਉਹ ਸਬਜ਼ੀਆਂ, ਚਾਹੇ ਉਹ ਫੂਡ ਗ੍ਰੇਨ ਹੈ। ਹੋਰ ਕਿਸੇ ਦੇ ਜੀ ਕਪੈਸਿਟੀ ਹੈ ਨਹੀਂ ਕਿ ਵੀ ਜਿਹੜੀ ਇੱਥੋਂ ਕੋਈ ਚੀਜ਼ ਐਕਸਪੋਰਟ ਕਰ ਸਕੇ। ਨਾ ਅਸੀਂ ਟੈਂਕ ਐਕਸਪੋਰਟ ਕਰ ਸਕਦੇ ਹਾਂ, ਨਾ ਅਸੀਂ 에ਅਰ ਪਲੇਨ ਜਿਹੜੇ ਜਹਾਜ਼ ਐਕਸਪੋਰਟ ਕਰ ਸਕਦੇ ਹਾਂ। ਜੇ ਕੋਈ ਐਕਸਪੋਰਟ ਆ ਰਿਹਾ, ਉਹ 1991 ਦੇ ਵਿੱਚ ਜਿਹੜੀਆਂ ਬਾਹਰ ਦੀਆਂ ਕੰਪਨੀਆਂ ਆਈਆਂ ਜੀ, ਉਹਨਾਂ ਨੇ ਐਂਟਰ ਹੋ ਕੇ ਹੀ ਇੰਡੀਆ ਦੇ ਵਿੱਚੋਂ ਐਕਸਪੋਰਟ ਕਰਨਾ ਸ਼ੁਰੂ ਕੀਤਾ। ਇਹ ਚੀਜ਼ਾਂ ਮਤਲਬ ਆਪਾਂ ਨੂੰ ਪਹਿਲਾਂ ਵਾਚ ਕਰਨੀਆਂ ਪੈਣਗੀਆਂ। ਅੰਨ੍ਹੇਵਾਹ ਵਿਰੋਧ ਨਾ ਕਰੀਏ ਅਸੀਂ ਕਿਸੇ ਚੀਜ਼ ਦਾ, ਅਸੀਂ ਉਹਨਾਂ ਨੂੰ ਬੁਲਾਉਂਦੇ, ਅਸੀਂ ਆਪਦੇ ਤੌਖਲੇ ਦੱਸਦੇ ਕਿ ਸਾਨੂੰ ਆਹ ਵਾਲੀਆਂ ਪ੍ਰੋਬਲਮਸ ਬਾਰੇ ਤੁਸੀਂ ਦੱਸੋ। ਹੁਣ ਦੇਖੋ ਵੀ MSP 1950 ਹੈ ਜੀ, ਤੇ 1700 ਰੁਪਇਆ ਉਹ ਗਵਰਨਮੈਂਟ ਦਾ ਖਰਚ ਆ ਰਿਹਾ। 1700 ਖਰਚ ਕਰਕੇ ਜੇ ਆਪਾਂ ਐਵਰੇਜ ਵੀ ਗਿਣ ਲਈਏ 3000 ਰੁਪਇਆ ਪਰ ਕੁਇੰਟਲ ਗਿਣ ਲਈਏ, ਬਿਲਕੁਲ ਠੀਕ ਹੈ, ਤੇ ਫਿਰ ਵੀ ਉਹਨਾਂ ਨੂੰ ਕੁਆਲਿਟੀ ਕੀ ਹੈ? ਸਭ ਤੋਂ ਮਾੜੀ ਹੈ। ਦੱਸੋ ਇਹ ਕਦੇ? ਅਸੀਂ ਪੰਜਾਬ ਇੱਕ ਇਹ ਜਿਹੀ ਸਟੇਟ ਹੈ ਜਿਹੜਾ ਮਤਲਬ ਕਿ ਗਲਫ ਜਿਹੜੀਆਂ ਕੰਟਰੀਜ਼ ਹੈ ਉਹਨੂੰ ਜੋ ਮਰਜ਼ੀ ਐਕਸਪੋਰਟ ਕਰਦੇ ਉਹ ਦੋਵੇਂ ਹੱਥੀ, ਬਿਲਕੁਲ ਖਾੜੀ ਮੁਲਕਾਂ ਨੇ ਸਾਡੇ ਤੋਂ ਮੰਗੀ ਹੋਈ ਵਾਸਤੇ ਸਾਡਾ ਸਭ ਤੋਂ ਬੈਸਟ ਹੈ। ਚਾਹੀਦਾ ਸਾਨੂੰ ਇਹ ਸੀਗਾ ਵੀ ਅਸੀਂ MSP ਤੋਂ ਕੀ ਲੈਣਾ, ਸਾਨੂੰ ਐਕਸਪੋਰਟ ਖੋਲੋ।
ਜਦੋਂ ਵੀ ਕੋਈ ਨਵਾਂ ਬੱਚਾ ਖੇਤੀ ਦੇ ਵਿੱਚ ਐਂਟਰ ਹੁੰਦਾ ਹੈ, ਚਾਹੇ ਉਹ ਸਬਜ਼ੀ ਲਾਉਂਦਾ ਹੈ, ਚਾਹੇ ਉਹ ਕੋਈ ਫੁੱਲਾਂ ਦੀ ਕਾਸ਼ਤ ਕਰਦਾ ਹੈ, ਚਾਹੇ ਉਹ ਕੋਈ ਡੇਅਰੀ ਦਾ ਕੰਮ ਕਰਦਾ ਹੈ, ਠੀਕ ਹੈ, ਉਹ ਕੀ ਉੱਥੇ ਆਪਾਂ ਕੀ ਦੇਖਦੇ ਹਾਂ, ਉਹ ਫੇਲ ਹੋ ਜਾਂਦਾ ਤੇ ਸਾਰਾ ਪਿੰਡ ਉਹਦੇ ਤੇ ਹੱਸਦਾ ਜੀ। ਕਿਉਂ ਹੱਸਦਾ? ਮਾਰਕੀਟਿੰਗ ਹੈ ਨਹੀਂ। ਜਦੋਂ ਹੁਣ ਮਾਰਕੀਟਿੰਗ ਦੀਆਂ ਕੰਪਨੀਆਂ ਐਂਟਰ ਹੋਣੀਆਂ ਸ਼ੁਰੂ ਹੋਣਗੀਆਂ ਤੇ ਅਸੀਂ ਉਹਨਾਂ ਦਾ ਵਿਰੋਧ ਕਰੀਏ, ਫਿਰ ਅਸੀਂ ਆਖ ਦਿੰਦੇ ਹਾਂ ਵੀ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹ ਖੇਤੀ ਛੱਡ ਰਹੀ ਹੈ, ਖੇਤੀ ਦੇ ਵਿੱਚ ਆ ਨਹੀਂ ਰਹੀਗੀ। ਨੌਜਵਾਨ ਪੀੜ੍ਹੀ ਦੇ ਦਿਮਾਗ ਦੇ ਵਿੱਚ ਖੇਤੀ ਇਕੱਲੀ ਕਣਕ ਝੋਨੇ ਵਾਲੀ ਨਹੀਂ ਗੀ, ਉਹਨਾਂ ਨੂੰ ਕੀ ਹੈ ਮੋਸਟ ਮਾਡਰਨ ਉਹ ਕੀ ਹੈ, ਹੁਣ ਪੋਲੀ ਹਾਊਸ ਹੈ, ਪੋਲੀ ਹਾਊਸ ਬਣਾ ਲੈਂਦੇ ਹਾਂ ਅਸੀਂ ਤੇ ਉਹਦੇ ਵਿੱਚ ਜੋ ਸਬਜ਼ੀ ਗਾਈ ਉਹਦੇ ਵਿੱਚ ਸਾਡੇ ਕੋਲੇ ਕੌਣ ਹੈ ਮਤਲਬ ਪਰਚੇਸ ਕਰਨ ਵਾਲਾ? ਬਿਲਕੁਲ ਖਰੀਦਦਾਰ ਨਹੀਂ ਹੈ। ਖਰੀਦਦਾਰ ਕੌਣ ਹੈ? ਅਸੀਂ ਗੋਭੀ ਹੋਵੇ, ਹੁਣ ਆਪਾਂ ਦੇਖਿਆ ਹੀ ਹੈ ਮੰਡੀ 'ਚ ਅਸੀਂ ਕਹਿੰਦੇ ਸਿੱਟਣ ਚੱਲੇ ਆ, ਫਸਲ ਸਿੱਟਣ ਚੱਲੇ ਆ, ਤੇ ਉਹਦੇ ਵਿੱਚੋਂ ਕੀ ਹੈ ਵੇਖੋ ਵੀ ਉਸੇ ਥਾਂ ਦੇ ਉੱਤੇ ਕਿੰਨੂ ਦੀ ਗੱਲ ਕਰ ਲੈਂਦੇ ਆਪਾਂ 7 ਰੁਪਏ ਬੋਰੋਂ ਚੱਲਦਾ ਜੀ, ਠੀਕ ਹੈ, ਤੇ ਜਾ ਕੇ ਤੁਸੀਂ ਉਹ ਬੰਗਲੌਰ ਗੱਲ ਕਰ ਲਓ, ਬੰਗਲੌਰ ਤਾਂ ਬਹੁਤ ਦੂਰ ਦੀ ਗੱਲ ਹੈ, ਖਰੜ ਉੱਥੇ ਢੇਰ ਕੀਤੇ ਪਏ ਹੁੰਦੇ ਆ, 30 ਰੁਪਏ ਮਿਲੀ ਜਾਂਦਾ। ਬਿਲਕੁਲ। ਜਿਹਦਾ ਬੂਟੇ ਦੀ ਦੇਖਭਾਲ ਕੀਤੀ, ਜਿਹਨੇ ਸਾਰਾ ਉਹਨੂੰ ਨਿਊਟ੍ਰੀਐਂਟਸ ਪਾਏ, ਜਿੰਨਾ ਸਭ ਕੁਝ ਪਾਇਆ, ਉਹ 7 ਰੁਪਏ। ਜਿਹਨੇ ਚੱਕ ਕੇ ਕੋਈ ਉਹ ਵੀ ਨਹੀਂ ਡਾਲਾ ਕਰੋ, ਕੋਈ ਟੈਕਨੋਲੋਜੀ ਨਹੀਂ, ਕੋਈ ਕੁਛ ਨਹੀਂ, ਉੱਥੇ ਜਾ ਕੇ ਤੁਸੀਂ 30 ਰੁਪਏ ਵਿਕੀ ਜਾਂਦੇ। ਬਿਲਕੁਲ। ਜੇ ਉਹੀ ਕੰਪਨੀਆਂ ਆਉਣਗੀਆਂ, ਉਹਨਾਂ ਨੂੰ ਕੋਈ ਸਟੋਰ ਕਰਨਗੀਆਂ, ਉਹਨਾਂ ਨੂੰ ਰੀਅਲ ਟਾਈਮ ਇਨਫੋਰਮੇਸ਼ਨ। ਮੈਂ ਹੁਣ ਹੀ ਪੜ੍ਹ ਰਿਹਾ ਸੀਗਾ ਬੰਗਾਲ ਦੇ ਵਿੱਚ ਆਸਟ੍ਰੇਲੀਅਨ ਜਿਹੜਾ ਸੇਬ ਆ ਉਹ ਤਾਂ ਆ ਸਕਦਾ ਜੀ, ਤੇ ਜਿਹੜਾ ਕਸ਼ਮੀਰ ਦਾ ਸੇਬ ਆ ਉਹ ਨਹੀਂ ਆ ਸਕਦਾ ਗਾ, ਕਿਉਂਕਿ ਬਹੁਤ ਹੀ ਜ਼ਿਆਦਾ ਬਾਰਡਰ ਪੈ ਜਾਂਦੇ ਆ ਜੀ, ਠੀਕ ਆ। ਜੇ ਇਹਨੂੰ ਰਿਮੂਵ ਕੀਤਾ ਵੀ ਜਿੱਥੇ ਮਰਜ਼ੀ ਤੁਸੀਂ ਵੇਚੋ, ਤੇ ਮੋਸਟ ਵੈਲਕਮ ਸਟੈਪ ਹੈ। ਅਸੀਂ ਇੱਕ ਸ਼ਿਵਚਰਨ ਜੀ ਕਿਸਾਨਾਂ ਦਾ ਇੱਕ ਤੌਖਲਾ ਹੋਰ ਹੈ ਕਿ ਪੂੰਜੀਪਤੀ ਜਿਹੜੇ ਵੱਡੇ ਘਰਾਣੇ ਨੇ, MNC ਹੈ, ਉਹ ਸਾਡੀਆਂ ਜ਼ਮੀਨਾਂ ਹਥਿਆ ਲੈਣਗੇ, ਕਬਜ਼ਾ ਹੋ ਜਾਏਗਾ ਉਹਨਾਂ ਦਾ, ਅਸੀਂ ਫਾਰਮਿੰਗ ਚੋਂ ਨਿਕਲ ਜਾਵਾਂਗੇ। ਇਸ ਤੌਖਲੇ ਨੂੰ ਕਿਵੇਂ ਦੇਖਦੇ ਹੋ? ਬੇਟਾ ਜੀ, ਜੇ ਤਾਂ ਐਜ਼ ਏ ਫਾਰਮਰ ਗੱਲ ਕਰਾਂ ਤਾਂ ਗੱਲ ਮੈਂ ਤੁਹਾਡੀ ਜਾਇਜ਼ ਮੰਨਦਾ। 5 ਲੱਖ ਲੋਕਾਂ ਦੀ ਜ਼ਮੀਨ ਹਥਿਆਈ ਜਾ ਚੁੱਕੀ, ਉਹ ਕਿੰਨੇ ਹਥਿਆਈ? ਇਹ ਬਿੱਲ ਤਾਂ ਹਜੇ ਅੱਜ ਆਇਆ, ਉਹ ਚਾਰੇ ਆਏ ਨਹੀਂ ਹਜੇ, ਬਿੱਲ ਤਾਂ ਅੱਜ ਆਇਆ। 5 ਲੱਖ ਜ਼ਿਮੀਂਦਾਰਾਂ ਦੀ ਜਿਹੜੀ ਫਸਲ ਆ ਉਹ ਕਿੰਨੇ ਹਥਿਆਈ? ਜੇ ਇੱਕ ਆੜ੍ਹਤੀਏ ਕੋਲੇ 50 ਜ਼ਿਮੀਂਦਾਰ ਲੱਗਿਆ ਜੀ, ਸਰਕਾਰ ਨੇ ਉਹਦੇ ਖਾਤੇ 'ਚ ਕਣਕ ਦੀ ਟਰਾਂਸਫਰ ਕਰਤੀ, ਚਲੋ 2 ਕਰੋੜ ਰੁਪਇਆ ਟਰਾਂਸਫਰ ਕਰਤਾ ਜੀ, ਤੇ ਉਹ 50 ਜ਼ਿਮੀਂਦਾਰਾਂ ਦੇ ਖਾਤੇ 'ਚ ਗਾਂ ਕਿੰਨੀ ਟਰਾਂਸਫਰ ਹੁੰਦੀ ਆ ਉਹ ਤਾਂ ਦੱਸ ਦੇਣ। ਜੇ 50% ਤੋਂ ਉੱਤੇ ਹੁੰਦੀ ਹੋਵੇ, ਮੈਨੂੰ ਨੀਵੇਂ ਥਾਂ ਪਾ ਲੈਣਾ, ਆਪਾਂ ਸਟੱਡੀ ਕਰ ਲੈਂਦੇ। ਬਿਲਕੁਲ ਠੀਕ ਹੈ, ਵਿਆਜ ਲਾ ਕੇ ਫਲਾਨਾ ਲਾ ਕੇ ਜੀ, ਉਹਦੇ ਪੱਲੇ ਕੀ ਪੈਂਦਾ ਹੈ? ਕੇਂਦਰ ਸਰਕਾਰ ਨੇ ਇੱਕ ਪਾਲਿਸੀ ਸ਼ੁਰੂ ਕੀਤੀ ਸੀ ਕਿ ਆਨਲਾਈਨ ਅਸੀਂ ਫਸਲ ਦੀ ਖਰੀਦ ਆ ਜਿਹੜੀ, ਜਾਂ ਇਹਦੇ ਜਿਹੜੇ ਪੈਸੇ ਹੈ ਅਸੀਂ ਆਨਲਾਈਨ ਕਿਸਾਨ ਦੇ ਖਾਤੇ 'ਚ ਪਾ ਦਿੰਦੇ ਹਾਂ, ਉਹ ਗੱਲ ਲਾਗੂ ਨਹੀਂ ਹੋਈ। ਉਸ ਦੇ ਪਿੱਛੇ ਕੀ ਕਾਰਨ ਹੈ? ਦੇਖੋ ਬੇਟਾ ਜੀ, ਇਹ ਜਿਹੜੀ ਚੀਜ਼ ਹੈ ਇਹ ਟੈਕਨੋਲੋਜੀ ਬੇਸ ਹੈ ਵੀ ਅੱਧੇ ਮਨ ਨਾਲ ਕੋਈ ਵੀ ਕੰਮ ਕੀਤਾ, ਜਿਹੜੇ ਵੀ ਬੰਦੇ ਨੇ ਰਿਫਾਰਮ ਲੈ ਕੇ ਆਇਆ ਜੀ, ਠੀਕ ਹੈ, 3 ਰਿਫਾਰਮ ਇਕੱਠੇ ਆਉਂਦੇ ਤਾਂ ਹੀ ਫਾਇਦਾ ਸੀਗਾ। ਮੈਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਇੱਕ ਰਿਫਾਰਮ ਲਿਆਉਂਦੇ ਤਾਂ ਉਹਦੇ ਨਾਲ ਕੁਝ ਵੀ ਨਹੀਂ ਸੀ ਹੋਣਾਗਾ, ਜੇ ਇਕੱਲਾ ਐਸੈਂਸ਼ੀਅਲ ਕਮੋਡਿਟੀ ਐਕਟ ਲਿਆਉਂਦੇ ਉਹ ਵੀ ਕੁਝ ਨਹੀਂ ਸੀ ਹੋਣਾਗਾ, ਠੀਕ ਹੈ। ਹੁਣ ਕੰਟਰੈਕਟ ਫਾਰਮਿੰਗ ਆਈ ਹੈ, ਠੀਕ ਹੈ, ਤੀਸਰਾ ਇੱਕ ਆਪਣਾ ਇੰਪਾਵਰਮੈਂਟ ਦੇ ਉੱਤੇ ਆਏ ਹੈ। ਬਿਲਕੁਲ। ਜਿਹੜਾ ਪਹਿਲਾ ਸੀਗਾ ਐਸੈਂਸ਼ੀਅਲ ਕਮੋਡਿਟੀ ਐਕਟ, ਐਸੈਂਸ਼ੀਅਲ ਕਮੋਡਿਟੀ ਐਕਟ ਜ਼ਰੂਰੀ ਵਸਤੂਆਂ, ਉਹਦੇ ਵਿੱਚ ਕੀ ਹੈ ਵੀ ਜੋ ਮਰਜ਼ੀ ਸਟੋਰ ਕਰੋ, ਤੁਹਾਡੇ ਤੇ ਕੋਈ ਚੈੱਕ ਨਹੀਂ ਹੋਊਗਾ ਜੀ, ਜਿੰਨੀ ਮਰਜ਼ੀ ਕਰੋ, ਜੋ ਮਰਜ਼ੀ ਕਰੋ। ਬੇਟਾ ਜੀ 6 ਮਹੀਨੇ ਬਾਅਦ ਫਸਲ ਆ ਜਾਂਦੀ ਹੈ। ਆਲੂ ਸਟੋਰ ਕਰ ਲਏ ਕਿਸੇ ਨੇ, ਬਹੁਤ ਵੱਡੀ ਕੰਪਨੀ ਲਾ ਕੇ, ਉਹਨੇ ਉਸੇ ਇੱਕ ਰੇਟ ਰੱਖਣਾ ਉਹਨਾਂ ਨੇ ਜੀ, ਐ ਨਹੀਂ ਵੀ ਅੱਜ ਆਲੂ 2 ਰੁਪਏ ਹੈ ਤੇ ਕੱਲ ਨੂੰ ਆਲੂ 50 ਰੁਪਏ ਜੀ। ਬਿਲਕੁਲ ਠੀਕ ਹੈ। ਸੇਮ ਹੀ ਪਿਆਜ਼ ਤੇ ਹੈ, ਜਿੰਨਾ ਮਰਜ਼ੀ, ਕਿਉਂਕਿ ਫਸਲ 6 ਮਹੀਨੇ ਬਾਅਦ ਆ ਜਾਣੀ ਹੈ। ਬਿਲਕੁਲ ਠੀਕ ਹੈ। ਇਹਦੇ ਨਾਲ ਕੀ ਹੈ, ਇੱਕ ਜਦੋਂ ਇਹਦਾ ਪ੍ਰਾਈਸ ਲੋ ਹੋਊਗਾ, ਹੁਣ ਕੀ ਹੈ, ਜਾਂ ਤਾਂ ਬੂਮ ਹੈ ਪੂਰਾ ਜਾਂ ਬਸਟ ਹੈ। 4 ਸਾਲ ਕੋਈ ਵੀ ਫਸਲ ਆਉਂਦੀ ਹੈ, 5ਵੇਂ ਸਾਲ ਘਾਟੇ 'ਚ ਆਉਂਦੇ ਆ, ਅਸੀਂ ਚਾਹੇ ਪਿਆਜ਼ ਦੀ ਗੱਲ ਕਰ ਲਈਏ, ਚਾਹੇ ਆਲੂ ਦੀ ਗੱਲ ਕਰ ਲਈਏ। ਹਾਂਜੀ ਬਿਲਕੁਲ। ਉਸ ਤੋਂ ਬਾਅਦ ਆ ਗਿਆ ਇੱਕ ਐਕਟ ਹੈ ਫਾਰਮਰ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰਮੋਸ਼ਨ ਐਂਡ ਫੈਸਿਲਿਟੇਸ਼ਨਸ, ਵਪਾਰ ਵਣਜ ਦੇ ਉੱਤੇ ਹੈ। ਇਹਦੇ ਵਿੱਚ ਕੀ ਹੈ ਵੀ ਹੁਣ ਕਿਉਂ ਵਿਰੋਧ ਕਰ ਰਹੇ ਆ ਅਸੀਂ? APMC ਕਿੱਥੇ ਲਿਖਿਆ ਵੀ ਇਕੱਲਾ APMC ਦੇ ਵਿੱਚ ਅਸੀਂ ਫਸਲ ਵੇਚਾਂਗੇ? ਜੇ ਕੋਈ ਹੋਰ ਬਰਾਬਰ ਪ੍ਰਾਈਵੇਟ ਪਲੇਅਰ ਆ ਰਿਹਾ ਤਾਂ ਤੁਹਾਨੂੰ ਪ੍ਰੋਬਲਮ ਕੀ ਹੋਣੀ ਚਾਹੀਦੀ ਹੈ? ਬਿਲਕੁਲ। ਕਿਸਾਨ ਵੀਰੋ ਥੋੜਾ ਜਿਹਾ ਧਿਆਨ ਨਾਲ ਚੱਲੋ। ਜੇ ਪ੍ਰੋਟੈਸਟ ਕਰਨਾ ਸੀ, ਜਿਨ੍ਹਾਂ ਦੇ ਮੂੰਹ ਨੂੰ ਲਹੂ ਲੱਗਿਆ ਸੀ ਉਹ ਕਰਦੇ ਪ੍ਰੋਟੈਸਟ, ਤੁਸੀਂ ਜੇਲ੍ਹਾਂ ਅੱਗੇ ਕਿਉਂ ਜਾਓ? ਕਈ ਡਿਪਾਰਟਮੈਂਟ ਬਿੱਟਾ ਜੀ ਇਹ ਜਿਹੇ ਹੈ ਜਿੱਥੇ ਇਮਾਨਦਾਰੀ ਹੋਣ ਦਾ ਮਤਲਬ ਕੀ ਹੈ ਵੀ ਤੁਸੀਂ ਸੁਈਸਾਈਡ ਕਰੋਗੇ। ਬਿਲਕੁਲ। ਉਹ ਮਹਿਕਮੇ ਕਿਹੜੇ ਆ ਗਏ? ਮੇਰੀ ਗੱਲ ਸੁਣੋ, 2% ਆਪਣਾ ਕੀ ਹੈ ਅਖੇ ਜੀ ਸਰਕਾਰ ਨੂੰ ਬੜਾ ਨੁਕਸਾਨ ਹੋ ਜਾਊਗਾ, RDF ਨਹੀਂ ਆਏਗਾ, ਮੰਡੀਆਂ 'ਚ ਵਿਕਾਸ ਨਹੀਂ ਹੋਏਗਾ, ਸੜਕਾਂ ਨਹੀਂ ਬਣਨਗੀਆਂ, ਇਸ ਤਰ੍ਹਾਂ ਦੇ ਤੌਖਲੇ ਪੈਦਾ ਕੀਤੇ ਜਾ ਰਹੇ। ਮੇਰੀ ਗੱਲ ਸੁਣੋ, ਸੜਕਾਂ ਦੀ ਕੁਆਲਿਟੀ ਮੰਡੀ ਬੋਰਡ ਤੁਸੀਂ ਕਦੇ ਦੇਖੀ ਹੈ? 1200 ਕਰੋੜ ਰੁਪਏ 'ਚ ਇੱਕ ਇੰਜੀਨੀਅਰ
ਮਤਲਬ ਜੇਲ੍ਹ 'ਚ ਹੈ ਇਹਨਾਂ ਦੇ। ਸਿਰਫ ਇੱਕ ਦੀ ਗੱਲ ਕੀਤੀ ਅਸੀਂ, ਸਿਰਫ ਇੱਕ ਦੀ ਗੱਲ ਕੀਤੀ, ਉਹ ਵੀ 1200 ਕਰੋੜ। ਤੇ ਉਹਨੇ ਕੀ ਸੜਕਾਂ ਪ੍ਰੋਵਾਈਡ ਕੀਤੀਆਂ ਹੋਣੀਆਂ? ਮੰਡੀ ਬੋਰਡ ਦੀਆਂ ਸੜਕਾਂ ਮੈਂ ਵੇਖੀਆਂ, ਨਵੀਆਂ ਬਣੀਆਂ, ਟਾਇਰਾਂ ਦੇ ਨਾਲ ਹੀ ਲੁੱਕ ਤੁਰੀ ਜਾਂਦੀ ਹੈ। ਜੇ ਤੁਸੀਂ RDF ਦੇ ਵਿੱਚ ਆ ਜਾਓ, ਰੂਰਲ ਡਿਵੈਲਪਮੈਂਟ ਦੇ ਵਿੱਚ ਆ ਜਾਓ, ਵੀ 13 ਲੱਖ ਰੁਪਇਆ RDF ਦੀ ਗ੍ਰਾਂਟ ਆਈ, UC ਦੇਤਾ ਤੇ ਕੰਮ ਹੋਇਆ ਹੀ ਨਹੀਂ। ਬਿਲਕੁਲ। ਇੱਕ ਮਾਰਕੀਟ ਕਮੇਟੀ ਦਾ ਸੈਕਟਰੀ ਜੇ ਮੰਡੀ ਦੇ ਵਿੱਚ 1 ਲੱਖ ਰੁਪਏ ਦੀ ਸਬਜ਼ੀ ਆਉਂਦੀ ਹੈ ਤਾਂ ਉਹਦੀ ਕੋਸ਼ਿਸ਼ ਹੁੰਦੀ ਹੈ ਕਿ 20 ਜਾਂ 30,000 ਰੁਪਏ ਦੀ ਸਬਜ਼ੀ ਦਿਖਾਵੇ। 70,000 ਰੁਪਏ ਦਾ ਜਿਹੜਾ RDF ਬਣਦਾ ਹੈ ਉਹ ਮਾਰਕੀਟ ਕਮੇਟੀ ਦੇ ਅਧਿਕਾਰੀਆਂ 'ਚ ਵੰਡਿਆ ਜਾਂਦਾ ਹੈ। ਮੈਂ ਤਾਂ ਉਦੋਂ ਵੀ ਉੱਤੇ ਕਹਿੰਦਾ, ਇਹ ਤਾਂ ਵਿਚਾਰੇ ਛੋਟੇ ਮੁਲਾਜ਼ਮ ਹੈ ਜਿਹੜੇ ਵੱਡੇ ਵੱਡੇ ਬਾਸਮਤੀ ਦੇ ਪਲਾਂਟ ਚਲਾਉਂਦੇ ਸੀਗੇ। ਤੁਸੀਂ ਜਾਓ, ਉਹਨਾਂ ਦੀ ਮਜਾਜ ਪੁਰਸ਼ੀ ਕਰੋ ਤੇ ਤੁਸੀਂ RDF ਦਾ ਤੁਸੀਂ ਰਿਲੈਕਸੇਸ਼ਨ ਲੈ ਆਓ। ਠੀਕ ਹੈ, ਤੁਸੀਂ ਜਾਓ ਉੱਥੇ ਮੰਡੀ ਬੋਰਡ ਦੀ ਫੀਸ ਤੋਂ। ਇਹ ਸਾਰੇ ਇਸ ਖੇਤੀ ਆਰਡੀਨੈਂਸ ਨਾਲ ਇਹ ਸਾਰੀਆਂ ਚੋਰ ਮੋਰੀਆਂ ਬੰਦ ਹੋ ਜਾਣਗੀਆਂ? ਬਿਲਕੁਲ ਹੀ ਸਰ ਖਤਮ ਹੋ ਜਾਣਗੀਆਂ। ਕੋਈ ਟੈਕਸ ਨਹੀਂ ਹੋਣਾ, ਕੋਈ ਕੁਛ ਨਹੀਂ ਹੋਣਾਗਾ। ਆਹੀ ਜਿਹੜੇ ਇਸ ਕੱਲਾ ਕਿਸਾਨਾਂ ਨੂੰ ਸਾਹ ਨਹੀਂ ਆਉਣਾਗਾ, ਜਿਹੜੇ ਆਪਣੇ ਪ੍ਰੋਸੈਸਿੰਗ ਯੂਨਿਟ ਜਿਹੜੇ ਵੀ ਹੈਗੇ ਉਹਨਾਂ ਨੂੰ ਵੀ ਸਾਹ ਆਊਗਾ। ਹੁਣ ਤੁਸੀਂ ਦੇਖ ਲਓ ਬੇਟਾ ਜੀ, ਬਈ ਆਪਣੇ ਦੁੱਧ ਦੇ ਵਿੱਚ ਹਜੇ ਵੀ 67% ਅਸੀਂ ਕੀ ਕਹਿ ਰਹੇ ਹਾਂ, ਦੁੱਧ ਆਪਣੇ ਤੁਸੀਂ ਮੁਕਤਸਰ ਦੇ ਵਿੱਚ ਅਸੀਂ ਕੀ ਦੇਖਦੇ ਹਾਂ, ਬਈ ਹਰ ਦੂਜੀ ਜਾਂ ਤੀਜੀ ਦੁਕਾਨ ਡੇਅਰੀ ਦੀ ਹੈ। ਬਿਲਕੁਲ। ਤੇ ਸਾਰੇ ਦੁੱਧ ਨਕਲੀ ਮਿਲਦਾ, ਸਿੰਥੈਟਿਕ ਮਿਲਦਾ। ਦੇਖੋ ਵੀ ਅਸੀਂ ਕੀ ਪ੍ਰੋਵਾਈਡ ਕਰ ਰਹੇ ਹਾਂ ਬੇਟਾ ਜੀ। ਅੱਗੇ ਮੈਂ ਤੁਹਾਨੂੰ ਦੱਸਾਂ ਵੀ ਚਲੋ 30 ਰੁਪਏ ਆਪਾਂ ਕਹਿ ਲਿਆ ਕਣਕ ਪੈ ਗਈ ਕਿਲੋ, 30 ਰੁਪਏ ਝੋਨਾ ਪੈ ਗਿਆ, ਜਾਂ ਇਨ ਨਟਸ਼ੈਲ ਕਹਿ ਲਈਏ 3000 ਰੁਪਏ ਕੁਇੰਟਲ ਸੈਂਟਰ ਨੂੰ ਝੋਨਾ ਪੈ ਗਿਆ, 3000 ਕੁਇੰਟਲ ਹੀ ਆਪਾਂ ਕਣਕ ਪੈ ਗਈ। ਜੀ ਜੀ। ਉਹਨਾਂ ਨੇ ਵੇਚਣੀ ਕਿਸ ਰੇਟ ਹੈ? 2 ਰੁਪਏ ਦੇ ਉੱਤੇ। ਜੀ। 28 ਰੁਪਏ ਦਾ ਉੱਥੇ ਘੱਟ ਆ ਜੀ। ਪਹਿਲਾਂ ਤਾਂ ਪਰਚੇਜ਼ ਵੇਲੇ ਜ਼ਿਮੀਦਾਰ ਨੂੰ 1900 ਦੇ ਕੇ ਪਹਿਲਾਂ 1700 ਰੁਪਇਆ ਤਾਂ ਉੱਥੇ ਜ਼ਿਆਦਾ ਪੈਸਾ ਲਾਇਆ। ਬਿਲਕੁਲ। ਫਿਰ ਜਦੋਂ ਉਹਨੇ ਵੰਡਣਾ ਉਦੋਂ ਕੀ ਹੈ, ਕਿੱਥੇ ਤਾਂ 2000 ਦੇ ਵਿੱਚੋਂ 2 ਕਰੀਏ ਤਾਂ 2000 ਰੁਪਏ ਦੇ ਵਿੱਚੋਂ 200 ਰੁਪਇਆ ਆਪਾਂ ਮਾਈਨਸ ਕਰੀਏ ਤਾਂ 1800 ਰੁਪਇਆ। ਕਿੱਥੇ 3000 ਰੁਪਇਆ ਕਣਕ ਲੈ ਕੇ 2 ਰੁਪਏ 200 ਰੁਪਏ ਜਾਂ 30 ਰੁਪਏ ਕਣਕ ਲੈ ਕੇ 2 ਰੁਪਏ ਵੰਡਣੀ, 28 ਰੁਪਏ ਕਿਲੋ ਦਾ ਘੱਟ ਹੈ। ਉਹ ਕੀ ਹੈ? ਫੂਡ ਸਬਸਿਡੀ। ਬਿਲਕੁਲ। ਸ਼ਿਵਚਰਨ ਜੀ, ਅੰਤ ਵਿੱਚ ਅਸੀਂ ਇੱਕੋ ਹੀ ਕੁਐਸਚਨ ਦਾ ਆਨਸਰ ਲਵਾਂਗੇ ਕਿ ਤੁਸੀਂ ਦੱਸੋ ਵੀ ਕਿਸਾਨਾਂ ਦੇ ਤੌਖਲੇ ਕੇਂਦਰ ਸਰਕਾਰ ਕਿਵੇਂ ਦੂਰ ਕਰੇ ਤਾਂ ਜੋ ਉਹਨਾਂ ਨੂੰ ਲੱਗੇ ਕਿ ਇਹ ਐਕਟ ਸਾਡੇ ਲਈ ਲਾਹੇਵੰਦ ਹੈ। ਜਿਹੜੀਆਂ ਏਜੰਸੀਆਂ ਜਾਂ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਲੱਗ ਜਾਏ। ਇਹਦੇ ਬਾਰੇ ਤੁਹਾਡੀ ਕੀ ਰਾਏ ਹੈ? ਦੇਖੋ, ਕਿਸਾਨਾਂ ਨੂੰ ਅੱਜ ਇਹ ਚਾਹੀਦਾ ਹੈ, ਕਿਸਾਨ ਵੀਰੋ ਤੁਹਾਨੂੰ ਵੀ ਪਤਾ ਹੈ ਵੀ ਜੋ ਕੁਛ ਮੰਡੀਆਂ ਦੇ ਵਿੱਚ ਹੁੰਦਾ, ਨਾ ਮਿਆਰੀ ਬੀਜ, ਨਾ ਮਿਆਰੀ ਖਾਦ ਤੇ ਵੀ ਆਪਾਂ ਜਦੋਂ ਆਉਂਦਾ ਉਸ ਟਾਈਮ ਕਿਵੇਂ ਆਪਾਂ ਲਾਈਨ ਚ ਲਾ ਕੇ ਤੇ ਕਿਵੇਂ ਬਲੈਕ ਚ ਰਹਿੰਦੇ ਰਹੇ ਆ ਵੀ ਪੱਤੀ ਦਾ ਡੱਬਾ ਵੀ ਨਾਲ ਜਾਊਗਾ। ਅੱਜ ਜਿਹੜੇ ਇਹ ਐਕਟ ਆਏ, ਅੱਜ ਇਹ ਆਰਡੀਨੈਂਸ ਆਏ ਆ, ਇਹ ਆਰਡੀਨੈਂਸ ਕੀ ਹੈ ਬਈ ਕੋਈ ਬੈਰੀਅਰ ਨਹੀਂ, ਜਿੱਥੇ ਤੁਸੀਂ ਜਾ ਕੇ ਮਰਜ਼ੀ ਵੇਚ ਸਕਦੇ ਹੋ। ਜੇ ਟਰੱਕ ਤੁਸੀਂ ਕਸ਼ਮੀਰ ਦੇ ਵਿੱਚੋਂ ਸੇਬ ਦਾ, ਇਹ ਆਂਦੇ ਵੀ ਉੱਥੇ ਦੇ ਨਹੀਂ ਸਕਦੇਗੇ। ਗੰਨਾ ਅਸੀਂ ਕਿੱਥੋਂ ਤੱਕ ਜਾਂਦੇ ਰਹੇ ਹਾਂ, ਇਹ ਮਹਾਰਾਸ਼ਟਰ ਤੋਂ ਆ ਰਿਹਾ, ਮਹਾਰਾਸ਼ਟਰ ਤੋਂ ਵੀ ਆ ਰਿਹਾ, ਹਰਿਆਣੇ 'ਚ ਵੀ ਅਸੀਂ ਲੈ ਕੇ ਜਾਂਦੇ ਜੀ ਜੀ। ਠੀਕ ਹੈ, ਜਿੱਥੇ ਸਾਨੂੰ ਜਦੋਂ ਫਸਲ ਮਿਲੂਗਾ, ਜਿੱਥੇ ਵਧੀਆ ਸਾਨੂੰ ਭਾਅ ਮਿਲੂਗਾ, ਅਸੀਂ ਉੱਥੇ ਕੀ ਹੈ ਆਪਦੀ ਫਸਲ ਵੇਚ ਸਕਦੇ ਹਾਂ। ਕੰਟਰੈਕਟ ਫਾਰਮਿੰਗ ਦੇ ਵਿੱਚ ਹੈ, ਮੈਂ ਤੁਹਾਨੂੰ ਬੇਟਾ ਜੀ ਥੋੜਾ ਹੋਰ ਦੱਸ ਦਿਆਂ। ਬਿਲਕੁਲ, ਸਾਡੇ ਕੋਲ ਸਮਾਂ ਬਹੁਤ ਘੱਟ ਹੈ। ਹਾਂਜੀ, ਕੰਟਰੈਕਟ ਫਾਰਮਿੰਗ ਦੇ ਵਿੱਚ ਕੀ ਸੀਗਾ, ਪਹਿਲਾਂ ਕੀ ਹੁੰਦਾ ਵੀ ਜਿਹੜੀ ਫਸਲ ਵੇਚਦੇ ਨਾ, ਪਿਛਲੇ ਸਾਲ ਕਿਹੜੀ ਫਸਲ ਦਾ ਭਾਅ ਜ਼ਿਆਦਾ ਹੋਇਆ, ਜੀ ਜੀ, ਉਸ ਦੇ ਅਕੋਰਡਿੰਗ ਅਸੀਂ ਵੇਚਦੇ ਸੀਗੇ। ਕੰਟਰੈਕਟ ਫਾਰਮਿੰਗ ਦੇ ਵਿੱਚ ਉਹ ਸਾਡਾ ਕੰਟਰੈਕਟ ਹੋਊਗਾ, ਉਹ ਦੇਖਣਾ ਵੀ ਉਹ ਜਿਹੜੀ ਵੀ ਕੰਪਨੀ ਨੇ ਦੇਖਣਾ ਵੀ ਕੰਟਰੈਕਟ ਦੇ ਵਿੱਚ ਵੀ ਸਾਨੂੰ ਆਹ ਫਸਲ ਚਾਹੀਦੀ ਹੈ। ਜੀ ਜੀ। ਹੁਣ ਮੂੰਗੀ ਹੈ, ਅੱਜ ਹੀ ਮੈਂ ਕਿਲੋ ਲੈ ਕੇ ਆਇਆ 27 ਰੁਪਏ ਮੰਡੀ 'ਚ, 120 ਰੁਪਏ ਦੁਆਰਾ। ਬਿਲਕੁਲ। ਕਿਉਂ ਇਹਦੇ 'ਚ ਕੰਪਨੀਆਂ ਨਹੀਂ ਆਈਆਂ ਜਿਹੜੀਆਂ ਗ੍ਰੇਨਸ ਨੂੰ ਪ੍ਰੋਕਿਓਰ ਕਰਨ? ਜੀ ਜੀ। ਇਹਦਾ ਫਾਇਦਾ ਕਿਸਾਨ ਨੂੰ ਵੀ ਹੋਊਗਾ, ਗਾਂ ਕੰਜ਼ੂਮਰ ਨੂੰ ਵੀ ਹੋਊਗਾ। ਇਹ ਨਟਸ਼ੈਲ ਜਿਹੜੇ ਵਿਚਲੇ ਹੈ ਉਹ ਬਿਲਕੁਲ ਖਤਮ। ਬਿਲਕੁਲ। ਸੋ ਸ਼ਿਵਚਰਨ ਜੀ, ਤੁਸੀਂ ਬੜੀ ਸੋਹਣੀ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਖੇਤੀ ਆਰਡੀਨੈਂਸ ਹੈ, ਇਹਦੇ ਲਈ ਕਿਸਾਨਾਂ ਨੂੰ ਟੈਕਨੋਲੋਜੀ ਦੇ ਨਾਲ ਉਹਨਾਂ ਨੂੰ ਮੁੱਲ ਵੀ ਵੱਧ ਮਿਲੇਗਾ, ਔਰ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਸ 'ਤੇ ਲੋਕਾਂ ਨੂੰ ਜਾਣਕਾਰੀ ਦੇਵੇ, ਜਾਗਰੂਕ ਕਰੇ। ਸੋ ਇਸੇ ਜਾਗਰੂਕ ਕਰਨ ਦਾ ਮਕਸਦ ਸਾਡਾ ਅੱਜ ਦਾ ਇਹ ਪ੍ਰੋਗਰਾਮ ਕਰਨ ਦਾ ਸੀ। ਸੋ ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।